अस्सलाम वालेकुम ख़वातीन और हज़रात, रवां हफ्ते का पहला असबहाल और आपका मेज़बान जुनैद सलीम। नाज़रीन, हमारे गांव देहातों में पैदा होने वाले छोटे मोटे झगड़ों और उससे जुड़े हुए पूरे कल्चर को समझने और समझाने के लिए आज हमने एक मरतबा फिर सजाई है आपके लिए गाँव की एक पंचायत। जी मैं चुले च पाउंदा ਇਹੋ ਜਿਹੀ ਪੰਚਾਇਤ ਨੂੰ ਜਿੱਥੋਂ ਇਨਸਾਫ ਹੀ ਨਾ ਮਿਲੇ, ਜਿੱਥੇ ਆਵਾਜ਼ ਹੀ ਨਾ ਸੁਣੀ ਜਾਏ। ਇਹ ਕਿਹੜੀ ਪੰਚਾਇਤ ਜੇ? ਇਹਦੇ ਬਾਰੇ ਤੇ ਸਿਆਣਿਆਂ ਦੇ ਨਾ जिस पंचायत से मिले ना इंसाफ उस पंचायत के हर खोशा गंदम को जला दो। उस पंचायत के चौधरी को जला दो। नहीं जला दो की होया, गल तां पुछ लवो एवें चौधरी। गल किहड़ी पुछणी है? सारियां गल्लां दा पता उन्हां ओ कहेगा एवें नहीं पेंट कोट पाउंदे। हां जी, उन्हां नूं अकल दे पाउंदे ने पेंट कोट। ओ नैमिया अंग्रेज दा लिबास पाना को सौखी गल है? पेंट कोट तो आपके ये दामाद अशरफ साहब भी पहन सकते हैं। राणा अशरफ साहब चले राणा, मैं भी कह देता हूँ राणा। एडा एडा दिल छड्ड के ना कहो, कहना जो दिलों कहो। ਇਹ ਤਾਂ ਸਾਨੂੰ ਅਦਾਬ ਪਏ ਹੈ, ਉਹ ਦਿਲੋਂ ਗੱਲ ਸੁਣਦਾ ਹੀ ਨਹੀਂ ਸਾਡੀ ਨਾ। ले मरहलावार चले ना, शुरू में कह दे तो काफी है, फिर आहिस्ता आहिस्ता लोग आदी हो जाएंगे, दिल से भी कहना शुरू ਉਹ करेंगे। ਨਹੀਂ ਜੀ, ਇਹ ਕਿਹੜੀ ਗੱਲ ਹੈ? ਜੁਨੈਦ ਸਾਹਿਬ ਝਾਕਾ ਖੋਲਣਾ ਹੋਵੇ ਤੇ ਮਿੰਟ 'ਚ ਖੁੱਲ ਜਾਂਦਾ। ਆ ਮੈਂ ਜਦੋਂ ਨਵਾਂ ਸਾਈਕਲ ਲਿਆਂਦਾ ਸੀ, ਮੈਨੂੰ ਕਦੋਂ ਚਲਾਉਣਾ ਹੁੰਦਾ ਹਰੇ, ਮੈਨੂੰ ਫੜ ਫੁੜ ਕੇ ਮੁੰਡਿਆਂ ਉੱਤੇ ਚਾੜਤਾ ਤੇ ਮੈਂ ਟੁਰ ਪਿਆ। ਮੇਰੀ ਕਵਲ ਹੈ ਰਾਣਾ, ਆਪੇ ਟੁਰ ਪਵੋਗੇ ਹੌਲੀ ਹੌਲੀ। ਮੈਂ ਕਹਿੰਦਾ ਨੈਮਿਆ, ਜਿਵੇਂ ਵਜ਼ੀਰ ਆਜ਼ਮ ਨੇ ਮੁਲਕ 'ਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਨਾ, ਆਪਾਂ ਪਿੰਡ 'ਚ ਰਾਣਾ ਘੁਆਉਣ ਦੀ ਮੁਹਿੰਮ ਸ਼ੁਰੂ ਕਰੀਏ। ਜਾਣ ਦੇ ਚੌਧਰੀ, ਤੂੰ ਆਪ ਹੀ ਚੇਜ਼ੇ ਲੈਣਾ, ਬੜਾ ਤੇਰਾ ਬੱਕਰੀ ਦੀ ਟੱਲੀ ਵਰਗਾ ਮੂੰਹ ਹੈ ਤੇ ਗੱਲਾਂ ਤੂੰ ਕਰਨਾ ਟਗੇ ਟਗੇ ਦੀਆਂ। ਇਹਨਾਂ ਸਾਰਿਆਂ ਨੂੰ ਤੂੰ ਚੌੜ ਕੀਤਾ। ਅੱਜ ਮੈਂ ਪਹਿਲੀ ਵਾਰੀ ਇਹ ਦੱਸਣ ਲਗਾਉ ਤੇ ਮੈਂ ਤੈਨੂੰ ਦੱਸ ਛੱਡਾਂ, ਅੱਜ ਤੋਂ ਬਾਅਦ ਮੇਰੇ ਕੋਲ ਉਮੀਦ ਨਾ ਰੱਖੀ ਮੈਂ ਤੇਰੀ ਇੱਜ਼ਤ ਕਰਨੀ। ਐ ਸੁਣਦੇ ਹੋ ਪਏ? ਉਹ ਚੌਧਰੀ ਸਾਹਿਬ ਆਰਡਰ ਲਾਓ। ਜਾਂ ਚਾਰ ਚਾਵਾਂ ਫੜ ਲਿਆ, ਚਾਰ ਚਾਵਾਂ ਲੈ ਆ ਵਿੱਚ ਜ਼ਹਿਰ ਪਾ ਕੇ। ना ना ਲਿਆ ਜ਼ਹਿਰ ਪਾ ਕੇ ਤੇ ਰੱਖ ਸਭ ਤੋਂ ਪਹਿਲੇ ਇਹ ਸਹੁਰੇ ਤੇ ਜਵਾਈ ਦੇ ਅੱਗੇ ਕੱਪ। ਬਸ ਬਸ, ਚਪੇੜਾਂ ਨਾਲ ਖਾ ਲਵੀ, ਸਹੁਰੇ ਤੱਕ ਹੀ ਰਹੋ, ਜਵਾਈ ਅੱਲਾ ਹੋਈ ਮੈਂ ਤੈਨੂੰ ਦੱਸ ਛੱਡਾਂ। ਉਹ ਨਹੀਂ ਚਾਚਾ, ਮੈਨੂੰ ਤਾਂ ਤੇਰਾ ਫਿਕਰ ਹੈ, ਮੈਨੂੰ ਤਾਂ ਯਾਰ ਕੁਝ ਨਹੀਂ ਕਹਿੰਦਾ। ਹਾਂ ਮੇਰੇ ਕੋਈ ਗੱਲ ਸੱਤੇ ਹੀ ਖੈਰ ਨੇ, ਸੱਤਾ ਹੀ ਕਹਿ ਰਹਾ ਚਾਚਾ। ਤੂੰ ਬਚ ਗਿਆ ਤੇ ਮੈਂ ਵੀ ਬਚ ਉਹ ਗਿਆ। ਨੈਮਿਆ ਜਾਂਦੀ ਕਰ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਤੇ ਆਪਣੀ ਜ਼ਿੰਦਗੀ ਨੂੰ ਮੁਸ਼ਕਲ 'ਚ ਪਾਇਆ ਹੀ ਤੇ ਆਏ ਰੋਜ਼ ਪੰਚਾਇਤ ਲਾਈ ਹੁੰਦੀ ਹੈ। ਨਾ ਇਹ ਨਿੱਕੀ ਗੱਲ ਏ, ਇਹ ਨਿੱਕੀ ਗੱਲ ਏ ਚੌਧਰੀ, ਇਹ ਮੈਨੂੰ ਦੱਸ, ਇਹ ਛੋਟੀ ਜੀ ਗੱਲ ਏ? ਹਾਂ मामला है क्या? ਮਾਮਲਾ ਕੀ ਹੋਣਾ ਜੁਨੈਦ ਸਾਹਿਬ? ਰਾਣਾ ਅਸ਼ਰਫ ਸਾਹਿਬ ਨੇ ਡੇਅਰੀ ਦਾ ਕੰਮ ਸ਼ੁਰੂ ਕੀਤਾ ਜੀ, ਅੱਲਾਹ ਪਾਕ ਦੀ ਰਹਿਮਤ ਨਾਲ। ਪਹਿਲੇ ਤੇ ਉਹਦੀ ਮੁਬਾਰਕ ਦੀ ਹੋਣੇ। बहुत बहुत मुबारक हो, बहुत मुबारक हो। मेरा ख्याल है कि डेयरी इज द मोस्ट परफेक्ट बिजनेस फॉर हिम। ਹਾਂਜੀ ਹਾਂਜੀ ਹਾਂਜੀ, ਅੱਲਾਹ ਦੀ ਰਹਿਮਤ ਦੇ ਨਾਲ ਹਲਾਲਾ ਹੋ ਗਈ ਜੇ। ਜੇ ਕਹਿ ਦੋਗੇ ਨਾ ਰਾਣਾ ਜੀ ਮੁਬਾਰਕ ਹੋ ਤੇ ਮਿਹਰਬਾਨੀ ਹੋਏਗੀ। नहीं, मैंने कहा है मुबारक हो आपको, मैंने कहा है कि आपके लिए आइडियल बिजनेस है। ਨਹੀਂ ਰਾਣਾ ਨਹੀਂ ਕਿਹਾ ਨਾ ਵਿੱਚ, ਰਾਣਾ ਜੀ ਮੁਬਾਰਕ ਹੋ। सॉरी सॉरी राणा साहब, आपको बहुत बहुत मुबारक। ਖੈਰ ਮੁਬਾਰਕ, ਖੈਰ ਮੁਬਾਰਕ, ਪਿੰਡ ਵਾਲੇ ਸੁਣਦੇ ਹੋ? ਬਹੁਤ ਸ਼ੁਕਰੀਆ ਜੁਨੈਦ ਸਾਹਿਬ, ਅੱਲਾਹ ਤੁਹਾਨੂੰ ਜ਼ਿੰਦਗੀਆਂ ਸਿਹਤ ਤੰਦਰੁਸਤੀਆਂ ਤੇ ਰੱਬ ਨੇ ਐਵੇਂ ਨਹੀਂ ਮੁਕਾਮ ਦਿੱਤਾ। ਹਾਂ ਜੀ, ਅੱਲਾ ਨੇ ਬੜਾ ਇਹ ਦਿਲੋਂ ਕਹਿੰਦੇ ਨਹੀਂ ਰਾਣਾ, ਇਹ ਤੈਨੂੰ ਦੱਸ ਛੱਡੀ। ਜੁਨੈਦ ਸਾਹਿਬ ਤੁਹਾਨੂੰ ਕੀ ਦਸੀਏ ਕਿ ਡੇਅਰੀ ਦਾ ਕੰਮ ਸ਼ੁਰੂ ਹੋਇਆ, ਸਾਡੀ ਆਪਣੀ 2.5 ਕਨਾਲ ਭੋਏ ਸੀ। ਅਸੀਂ ਅੱਲਾਹ ਦੀ ਰਹਿਮਤ ਨਾਲ ਪਹਿਲੇ ਤੋਂ ਉਹਦੀ 4 ਦੀਵਾਰੀ ਕਰਾ ਲਈ, ਬੜੀ पोए मतलब जमीन। ਆ ਜ਼ਮੀਨ ਸੀ ਜੀ, 4 ਦੀਵਾਰੀ ਉਹਦੀ ਕਰਾ ਕੇ ਹਾਂ ਗੇਟ ਵੀ ਲਵਾਇਆ ਜੇ ਹੈ ਜੀ, ਤੇ ਉੱਤੇ ਬੋਰਡ ਲਵਾਇਆ ਏ ਰਾਣਾ ਡੇਅਰੀ ਫਾਰਮ ਦਾ। ਇੱਕ ਪਾਸੇ ਰਾਣਾ ਸਾਹਿਬ ਦੀ ਫੋਟੋ ਬਣਾ ਕੇ ਥੱਲੇ ਰਾਣਾ ਅਸ਼ਰਫ ਲਿਖਾਇਆ, ਦੂਜੇ ਪਾਸੇ ਮੱਝ ਦੀ ਫੋਟੋ ਲਵਾ ਕੇ ਤੇ ਥੱਲੇ ਲਿਖਾਇਆ 5 ਕਲਿਆਣ ਹੈ ਜੀ। ਤੇ ਐਡੇ ਸ਼ੋਖੇ ਜਿਹਾ ਮੁੰਡਾ ਜਿਹੜਾ ਭਤੀਜਾ ਮੇਰਾ, ਰੱਬ ਨੇ ਇਹਨੂੰ ਦੇਖਣਾ ਕਦੀ ਸੁੱਖ ਨਹੀਂ ਜੇ ਦੇਣਾ। क्या हो गया? ਉਹ ਐਡਾ ਘਟੀਆ ਆਦਮੀ ਏ, ਰਾਣੇ ਦੇ ਥੱਲੇ 5 ਕਲਿਆਣ ਲਿਖ ਛੱਡਿਆ, ਉਹ ਤੇ ਮੱਝ ਥੱਲੇ ਰਾਣਾ ਸਾਹਿਬ ਲੈ ਦਿੱਤਾ। ਪਹਿਲੇ ਕਿੰਨੀ ਦੇਰ ਚਾਕੂ ਨਾਲ ਖੁਰਚਦਾ ਰਿਹਾ, ਮੈਨੂੰ ਮੁੰਡਿਆਂ ਦੱਸਿਆ। ਉਤੋਂ ਜਾ ਕੇ ਇਹਨੂੰ ਸ਼ਿਕਾਇਤ ਲਾਉਂਦੇ ਆ, ਜਿਹੜਾ ਮੇਰਾ ਮਾਂ ਜਾਇਆ ਜੇ, ਇਹ ਇਹੋ ਜਿਹਾ ਬੰਦਾ ਜੇ ਕਿ ਵੱਡਿਆਂ ਨਾਲ ਚੰਗਾ ਲੱਗੇ ਮੈਨੂੰ। ਹੁਣ ਅੱਗੋਂ ਮੈਨੂੰ ਆਂਦਾ ਕਿ ਝੂਠ ਬੋਲਣਾ ਤੂੰ, ਮੈਂ ਵੱਡੇ ਭਰਾ ਨੂੰ ਕਹਿੰਦੇ ਝੂਠ ਬੋਲਣਾ, ਮੁੰਡੇ ਨੂੰ ਨਹੀਂ ਕੁਝ ਕਹਿੰਦਾ। ਆਂਦਾ ਮੁੰਡਾ ਮੇਰਾ ਬੋਰਡ ਕੋ ਖਿਲਾਰ ਕੇ ਵੇਖ ਲਿਆ, ਇਹਦਾ ਤੇ ਹੱਥ ਹੀ ਨਹੀਂ ਪਹੁੰਚਦਾ ਉੱਥੇ ਤੱਕ। ਬਾਊ ਜਨੇਦ, ਪਹਿਲੇ ਤੇ ਇਹ ਸਹੁਰੇ ਜਵਾਈ ਨੂੰ ਪੁੱਛਣਾ ਕਿ ਇੱਕ ਮੱਝ ਵਾਲਾ ਕਿਹੜਾ ਡੇਅਰੀ ਫਾਰਮ ਹੁੰਦਾ ਹੈ। ਜਾਂ ਤੈਨੂੰ ਚੌਧਰੀ ਕਹਿੰਦੀ ਆ ਨਾ, ਮੇਰਾ ਪੱਗ ਤੋਂ ਹੀ ਕਹੀ ਜਾਂਦੇ ਆ। ਐਡਾ ਮਾੜਾ ਚੌਧਰੀ ਹੁੰਦਾ ਏ, ਇਹ ਪੱਗ ਬੰਨਣ ਤੋਂ ਪਹਿਲੇ ਸਪਿਰਟ ਵਾਲਾ ਤੂੰਬਾ ਰੱਖਦਾ ਜੇ ਤੇ ਉੱਤੇ ਪੱਗ ਬਣਦਾ ਜੇ।
ਅਸੀਂ ਫਿਰ ਵੀ ਚੌਰੀ ਆਖਣ ਦੇ ਨਾ ਤੇਰੇ ਬਜ਼ੁਰਗਾਂ ਦੀ ਵਜ੍ਹਾ ਤੋਂ। ਅਸੀਂ ਆਨੇ ਆ ਕਿ ਚਲੋ ਤੁਸੀਂ ਚੌਰੀ ਹੋ, ਅਸੀਂ ਤੇਰੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਰਹੇ ਆ, ਤੇਰੀ ਵੀ ਅੱਗੋਂ ਕਰਨ ਦੇ ਆ ਹਰਕਤਾਂ ਤੇਰੀਆਂ ਚੌਰੀ ਕੋਈ ਨਹੀਂ ਇੱਜ਼ਤ ਵਾਲੀਆਂ ਰਹਿ ਗਈਆਂ। अच्छा बताया तो सही ना। ਪੱਗ ਲਾ ਕੇ ਰੱਖਦੇ ਤੇ ਉਹ ਪਕਾਨੇ ਵਾਲੇ ਕੋਲ ਸਪਾਈ ਨਹੀਂ ਹੁੰਦਾ ਜਿਹੜਾ ਉਹ ਲੱਗਦੇ ਆ ਚੌਧਰੀ। नहीं नहीं ऐसे नहीं। चौधरी साहब इन लावा में छठा ਉਹ ਖਲੋ ਜਾ ਤੂੰ ਐਡਾ ਲਾਵੇਂ ਤੂੰ ਛੱਟਾ। ਐਡੇ ਛੱਟੇ ਸਾਡੇ ਕੋਲ ਭੁੱਲੇ ਨਹੀਂ, ਪਾਣੀ ਵਾਲੇ ਪੈਪ ਨਾਲ ਕਈ ਵਾਰ ਬੂਹੇ ਦੇ ਛੱਟੇ ਲਾਏ ਸੀ। वो फायरिंग का छट्टा कह रहे हैं। ਉਹ ਜੀ ਮੈਂ ਜੁਰਤ ਹੈ ਜੀ ਜੁਨੈਦ ਸਾਹਿਬ ਇਹ ਸਮਝਦੇ ਨੇ ਕਿ ਅਸੀਂ ਐਵੇਂ ਖਾਲੀ ਹੱਥੀ ਨਿਕਲ ਆਉਂਦੇ ਆ, ਸਵੇਰੇ ਅੱਲਾ ਦੀ ਰਹਿਮਤ ਨਾਲ ਐਤਨ ਕੁਰਸੀ ਪੜ ਕੇ ਨਿਕਲਨੇ ਆ। नहीं फिर तो आप ज्यादा मजबूत और महफूज हैं। ਰੱਬ ਦੀ ਰਹਿਮਤ ਦੇ ਨਾਲ ਜੁਨੈਦ ਸਾਹਿਬ ਜਿਹੜਾ ਗੱਲਾਂ ਕਰਦਾ ਹੈ ਇੱਕ ਮੱਝ ਵਾਲਾ ਡੇਰੀ ਫਾਰਮ ਇਹ ਦੁਸ਼ਮਣੀ ਚਾਹੁੰਦੇ ਨੇ, ਹਸਦ ਚ ਕਹਿੰਦੇ ਨੇ। ਸਹੀ। ਮੱਝ ਦੇ ਨਾਲ ਕੱਟਾ ਵੀ ਜੇ ਤੇ ਰੱਬ ਦੀ ਰਹਿਮਤ ਨਾਲ ਲੱਗਾ ਫੇਰ ਸੂਣ ਵਾਲੀ ਜੇ। हाँ नहीं अल्लाह ताला बरकत देगा। जुनेद साहब दुख की गल है वे कि नाल कंन ते लिखाया है कि मक्खन ऑटोमेटिक प्लांट पे तैयार होता है ते अपने हाथ नाल मक्खन दियां 2 टिक्कियां पैक करन दिया सी। ਅਨੇ ਤੇ ਨਿਕਲਦੀ 2 ਟਿੱਕੀਆਂ ਨੇ ਤੇ ਹੋ ਕੇ ਕਿੱਥੋਂ ਕੋਲੋਂ ਜਾਲੀ ਮੱਖਣ ਪਾ ਲਵੇ। परेशान ना हो। ਖਾਲਸ ਅੱਲਾ ਦੀ ਰਹਿਮਤ ਨਾਲ ਇੰਨੀਆਂ ਜਿੰਨੀਆਂ ਬਣਨਗੀਆਂ ਉਨੀਆਂ ਹੀ ਵੇਚਾਂਗੇ। 2 से हालत 200 दो भी बढ़िया 200 से होती है। 2000। ਆ ਵੇ चलता चलता। ਇਹ ਤਲੀਮ ਦਾ ਫਾਇਦਾ। ਹਾਂ ਲੇਕਿਨ ਤਲੀਮ ਵਾਲਿਆਂ ਨੂੰ ਇਹ ਵੀ ਤਾਂ ਦੱਸਣਾ ਕਿ ਉਹ ਬਾਹਰ ਡੇਰੀ ਫਾਰਮ ਹੈ ਜਿੱਥੇ ਦੁੱਧ ਔਰ ਮੱਖਣ ਘੱਟ ਵਿਕਦਾ ਹੈ ਤੇ ਪਾਥੀ ਉੱਥੇ ਬਹੁਤੀ ਵਿਕਦੀ ਹੈ। यार इसमें क्या बुराई है? आप बोर्ड पे ये भी लिखवा लें यहाँ पाथियां भी दस्तयाब है। ਜੁਨੈਦ ਸਾਹਿਬ ਲਹਵਾਇਆ ਵੀ ਲਹਵਾਇਆ ਔਰ ਨਾਲ ਹੀ ਨੁੱਕਰ ਤੇ ਬੈਨਰ ਲੱਗਾ ਸੀ ਬੜਾ ਪੁਰਾਣਾ, ਗਵਰਨਰ ਸਰਵਰ ਕੋ ਗੁਜਾਮਦੀਦ ਕਹਤੇ। ਉਸੇ ਬੈਨਰ ਤੇ ਕਲੀ ਫੇਰ ਕੇ ਤੇ ਉੱਤੇ ਲਿਖਵਾ ਛੱਡਿਆ ਰਾਣਾ ਡੇਰੀ ਫਾਰਮ में पाथियां भी दस्तयाब। ਰਾਣੇ ਕੇ ਹੱਥ ਕੀ ਬਣੀ ਹੋਈਆਂ ਪਾਥੀਆਂ, ਅਸੀਂ ਕੋਈ ਬਾਜ਼ਾਰੀ ਨਹੀਂ ਵੇਚਦੇ। ਯਾਰ ਤੇ ਕੋਈ ਕਹੂਗਾ ਇੱਕ ਸ਼ਹਿਰ ਨਹੀਂ ਜੇ ਉੱਥੇ ਬਦਾਰੀ। ਜੁਨੈਦ ਸਾਹਿਬ ਸਾਲ ਇਹਨਾਂ ਨੂੰ ਇਹ ਜੇ ਕਿ ਰਾਣਾ ਸਾਹਿਬ ਦੇ ਡੇਰੀ ਫਾਰਮ ਦੀ ਲੱਸੀ ਵੀ ਵਿਕਣ ਲੱਗ ਪਈ ਜੇ। ਦੇਖੋ ਲੱਸੀ ਵੇਚ ਰਹੇ ਨੇ, ਸਾਡੇ ਮਾਂ-ਬਾਪ ਲੱਸੀ ਫ੍ਰੀ ਦਿੰਦੇ ਸੀ। ਉਦੋਂ ਹਲੇ ਤੂੰ ਨਹੀਂ ਹੈ ਨਾ ਜੰਮੇ ਆ, ਇਸ ਵਾਸਤੇ ਬਚ ਬੜੀ ਜਾਂਦੀ ਸੀ ਫ੍ਰੀ ਬਣ ਛੱਡਦੇ ਹੁਣ। ਇਜ਼ਕਰਾਂ ਕਰਦੇ ਹੋ ਸ਼ੋ ਦਿਓ ਕੋਈ ਸ਼ਰਮ ਕਰੋ। ਇਹ ਰਾਣਾ ਸਾਹਿਬ ਇਸ ਪਿੰਡ ਦੇ ਜਵਾਈ ਬਣੇ ਨੇ ਤੇ ਸਾਰੇ ਪਿੰਡ ਨੂੰ ਮੁਹੱਈਆ ਕੀਤਾ ਇਹਨਾਂ ਨੇ ਖਾਲਸ ਦੁੱਧ, ਖਾਲਸ ਮੱਖਣ, ਖਾਲਸ ਦਹੀਂ, ਖਾਲਸ ਜੁਨੈਦ ਸਾਹਿਬ ਲੱਸੀ। एक भैंस से। ਆ ਜੀ ਨਾਲ 5 ਕਲਿਆਣ ਵੀ ਕਵਰ ਨੇ। ਮੇਰੇ ਖਿਆਲ ਬਾਉ ਨੂੰ ਸਮਝ ਨਹੀਂ ਆਉਂਦੀ, ਬੋਲ ਕੇ ਦੱਸੋ ਜਰਾ 5 ਕਿਲੋ। 5 ਕਲਿਆਣ ਜੁਨੈਦ ਸਾਹਿਬ ਝੋਟੀ ਬੜੀ ਚੰਗੀ ਹੁੰਦੀ, ਬੜੀ ਟੈਟ ਝੋਟੀ ਹੁੰਦੀ। अच्छा। ਬੜਾ ਤਕੜਾ ਬੋਲਦੀ ਹੈ, ਬੋਲਣ ਨੂੰ ਤਾਂ ਪਤਾ ਲੱਗਣ ਡਿਆ ਹੁੰਦਾ 5 ਕਲਿਆਣ ਵੱਜੀ। भैंस की आवाज क्या करनी है? उसने कोई मुर्गे की तरह बांग थोड़ा देनी है। ਹਲੇ ਜਨਾਬ ਸਾਹਿਬ ਫਿਰ ਵੀ ਜਨਾਬ ਪਿੰਡ 'ਚ ਕੋ ਰੋਬ ਦਬਦਬਾ ਤੇ ਹੋਣਾ ਚਾਹੀਦਾ ਨਾ। ਔਰ ਰਾਣਾ ਸਾਹਿਬ ਨੇ ਅੱਲਾ ਦੀ ਰਹਿਮਤ ਨਾਲ ਬਣਾਇਆ ਪਿੰਡ ਵਾਲਿਆਂ ਦਾ ਰੋਬ। ਇਹ ਗੱਲਾਂ ਕਰਦੇ ਨੇ, ਇਹਨਾਂ ਨੇ ਸਾਰਾ ਆਲੇ ਦੁਆਲੇ ਮਸ਼ਹੂਰ ਕਰ ਛੱਡਿਆ ਕਿ ਇਹ ਜੀ ਟੀਕੇ ਲਾ ਕੇ ਤੇ ਦੁੱਧ ਚੋਂਦਾ ਜੀ। ਡੇਰੀ ਫਾਰਮ ਬੰਦ ਹੋ ਗਿਆ ਜਨਾਬ। अगर ऐसा करते थे राणा साहब आपके तो फिर तो ਬਿਲਕੁਲ जुल्म करते थे। ਉਹ ਨਹੀਂ ਜੀ, ਨਹੀਂ ਬਿਲਕੁਲ ਨਹੀਂ। ਅਸੀਂ ਕਦੀ ਅੱਲਾ ਦੀ ਰਹਿਮਤ ਨਾਲ ਚਵਲਾ ਨਹੀਂ ਮਾਰੀਆਂ। ਕਾਰੋਬਾਰ ਜਿਹੜਾ ਕੀਤਾ ਅੱਲਾ ਦੀ ਰਹਿਮਤ ਨਾਲ ਗੱਜ ਵੱਜ ਕੇ ਕੀਤਾ। ਆ ਡੇਰੀ ਫਾਰਮ ਬੰਦ ਦੇ ਨਾਲ ਸ਼ੌਕੀਆਂ ਦੀ ਵਜ੍ਹਾ ਤੋਂ, ਹਸਦ ਦੀ ਵਜ੍ਹਾ ਤੋਂ ਹੋਇਆ ਜੀ। ਮੁੜ ਕੇ ਦੇਖੋ ਜਰਾ ਵੱਡੀ ਤਾਈ ਹੈ ਰਾਣਾ ਸਾਹਿਬ ਨੂੰ ਮੈਂ ਕਿਹਾ ਰਾਣਾ ਸਾਹਿਬ ਬੱਕਰਿਆਂ ਦਾ ਕੰਮ ਕਰ ਲਵੋ, ਇਸ ਵੇਲੇ ਬੜਾ ਬੱਕਰਾ ਵਿਕਣ ਡੇ ਆ ਸ਼ਹਿਰ 'ਚ, ਤੇ ਕੰਮ ਕਰੋ ਬੱਕਰਿਆਂ ਦਾ। ਰਾਣਾ ਸਾਹਿਬ ਤੁਹਾਨੂੰ ਪਤਾ ਬੜੇ ਫਰਮਾ ਬਰਦਾਰ, ਬੜੇ ਤਾਬੇਦਾਰ ਬੱਚੇ ਨੇ। ਇਹਨਾਂ ਨੇ ਕਿਹਾ ਚਾਚਾ ਜੀ ਕੋਈ ਗੱਲ ਹੀ ਨਹੀਂ ਕਰ ਲੈਂਦੇ ਆ। ਉੱਥੇ ਜਨਾਬ ਬੱਕਰਾ ਖਰੀਦਿਆ 22,000 ਦਾ। ਮੈਂ ਨਾ ਹੀ ਨਹੀਂ ਕੀਤੀ, ਚਾਚੇ ਨੂੰ ਸਾਰੀ ਜ਼ਿੰਦਗੀ ਨਾ ਕੀਤੀ ਨਹੀਂ। 22,000 ਦਾ ਬੱਕਰਾ ਖਰੀਦਿਆ ਮਾਸ਼ਾਅੱਲਾ ਐਡਾ। इसके नीचे 2 ईंटें रख लें। ਜੁਨੈਦ ਸਾਹਿਬ ਬੜਾ ਮਹਿੰਗਾ ਆਇਆ ਜੀ ਬੱਕਰਾ, ਐਡਾ ਬੱਕਰਾ ਤੇ ਹੁਣ ਲੈਂਦਾ ਹੀ ਕੋਈ ਨਹੀਂ। अच्छा। ਮੈਂ ਕਿਹਾ ਰਾਣਾ ਸਾਹਿਬ ਇਹ ਲੈ ਜਾਓ ਸ਼ਹਿਰ। तो शहर जाते जाते इतना हो जाना। ਉਹਨੇ ਜੁਨੈਦ ਸਾਹਿਬ ਕੋਈ ਤੇ ਫਰਕ ਪੈਂਦਾ ਹੀ ਨਹੀਂ, ਨਾ ਪੈਦਲ ਹੀ ਜਾਣਾ ਸੀ। ਇਹ ਮੇਰਾ ਕਾਰੋਬਾਰੀ ਲੋਕ ਨੇ ਨਾ, ਨੌਕਰੀ ਪੇਸ਼ਾ ਲੋਕ ਨੇ। ਮੈਂ ਕਿਹਾ 8-10 ਦਿਨਾਂ 'ਚ ਫਰਕ ਪੈ ਜਾਏਗਾ। ਇਹ ਬਾਈਆਂ ਦਾ ਖੜੇ ਆ, ਤੁਸੀਂ ਵੇਖਣਾ ਬੱਤੀਆਂ ਦਾ ਵੇਚ ਕੇ ਮੁੜਨਾ। ਲਾ ਜੁਨੈਦ ਸਾਹਿਬ ਰਾਣਾ ਸਾਹਿਬ ਬੱਕਰਾ ਲੈ ਕੇ ਤੇ ਪਿੰਡੋਂ ਨਿਕਲੇ ਨੇ ਤੇ ਪਿੰਡ ਦੀ ਨੁੱਕਰ ਤੇ ਲੱਗਾ ਹਜੇ ਪੁਲਿਸ ਦਾ ਨਾਕਾ। ਉਹ ਚਾਚਾ ਨਾਕਾ ਤੇ ਬਾਅਦ ਚ ਆਇਆ, ਪਹਿਲਾਂ ਇਹਨਾਂ ਨੇ ਪਿੰਡ 'ਚ ਚਵਲ ਮਾਰੀ। ਆਹ ਬੈਠਾ ਟੋਪੀ ਵਾਲਾ, क्या हो ਕੀ गया? ਕਿਹਾ? ਮੈਂ ਬੱਕਰਾ ਫੜ ਕੇ ਤੁਰਿਆ ਆਉਂਦਿਆ ਅੱਛਾ। ਤੇ ਅੱਗੋਂ ਆਦਾ ਰਾਣਾ ਬੱਕਰਾ ਲੈ ਲਿਆ, ਨਾਲ ਇੱਕ ਬਾਂਦਰ ਵੀ ਲੈ ਲਾ। ਦੰਦ ਤੇਰੇ ਤਰੋੜਾਂ ਦੇ ਫਿਰ ਤੈਨੂੰ ਪਤਾ ਲੱਗੇ ਨਾ ਮਰਾਦਾ। ਪਤਾ ਤੁਹਾਨੂੰ ਲੱਗੇ ਚਵਲਾ ਮਾਰਨਾ ਬਾਂਦਰ ਕਾਹਦੇ ਲਈ ਲੈ ਲਈ? ਰਾਣੇ ਦੇ ਹੁੰਦੇ ਆ ਕਾਹਦੇ ਲਈ ਲੈ ਲਈ ਆ ਬਾਂਦਰ?
ਆ ਨੈਮੇ ਆਪਣੀ ਗੱਲ ਰਾਣੇ ਕੋ ਅੱਲਾ ਦੀ ਰਹਿਮਤ ਨਾਲ ਕੋਈ ਕਰਤਬ ਨਹੀਂ ਭੁੱਲੇ ਆ। ਤੁਹਾਡੇ ਕੇ ਜੋੜੇ ਹੁਣ ਹੱਥ, ਤੁਹਾਨੂੰ ਪਤਾ ਲੱਗੇ ਤੁਹਾਨੂੰ। ਛੱਡਦੇ ਨੇ ਫਿਰ ਇਹਨਾਂ ਚਾਂਗਰਾਂ ਮਾਰਨੀਆਂ ਜਦੋਂ ਤੋਂ ਹੱਥ ਜੋੜੇ ਦੇ। ਤੇ ਜੁਨੈਦ ਸਾਹਿਬ ਉੱਥੇ ਪੁਲਿਸ ਦਾ ਨਾਕਾ ਲੱਗਾ ਸੀ, ਕੋਈ ਸ਼ੋਹਾ ਜਾਂ ਸਿਪਾਹੀ, ਉਹਨੂੰ ਨਹੀਂ ਪਤਾ ਰਾਣਾ ਸਾਹਿਬ ਪਿੰਡ ਦੇ ਜਵਾਈ ਨੇ। ਆਂਦਾ ਜੀ ਬੱਕਰਾ ਕਿੱਥੋਂ ਲੈਂਦਾ ਜੀ, ਇਹਦੀ ਰਸੀਦ ਵਿਖਾਓ। ਉਹ ਰਾਣਾ ਸਾਹਿਬ ਆਂਦੇ ਨੇ ਯਾਰ ਇੱਕ ਬੱਕਰੇ ਦੀ ਕਾਹਦੀ ਦੀ ਰਸੀਦ, ਕਾਕਾ ਮੇਰਾ ਆਪਣਾ ਬੱਕਰਾ ਜਾਣਦੇ। ਇਹ ਮੈਨੂੰ ਜਾਣਦਾ, ਮੈਂ ਇਹਨੂੰ ਜਾਣਦਾ। ਅੱਗੋਂ ਸੁਣਨ ਡਿਆ, ਇਹਨਾਂ ਕਿਹਾ ਤੂੰ ਮੇਰਾ ਖਿਆਲ ਮੈਨੂੰ ਪਛਾਣਿਆ ਨਹੀਂ, ਮੈਂ ਰਾਣਾ। ਉਹ ਨਾਲ ਗੱਡੀ ਖਲੋਤੀ ਸੀ, SHO ਵਿੱਚ ਬੈਠਾ ਸੀ ਰਾਣਾ ਲਿਆਕਤ। ਉਹਨੂੰ ਕਿਧਰੇ ਬਸ ਚੜ ਗਿਆ ਗੁੱਸਾ। ਉਹਨੇ ਜੁਨੈਦ ਸਾਹਿਬ ਆਖਿਆ ਲਿਆਣਾ ਕਿਹੜਾ ਰਾਣਾ ਹੈ, ਉਰਾ ਲਿਆ ਇਹਨੂੰ। ਉਹ ਸਿਪਾਹੀ ਲੈ ਗਿਆ ਰਾਣਾ ਸਾਹਿਬ ਨੂੰ ਅਗਾ ਗੱਡੀ ਦੇ ਕੋਲ। ਉਹਨੇ ਜਦੋਂ ਕੋਲੋਂ ਰਾਣਾ ਵੇਖਿਆ ਤਾਂ ਉਹਨੂੰ ਗੁੱਸਾ ਚੜ ਗਿਆ ਰਾਣਾ ਲਿਆਕਤ ਨੂੰ। ਕੋਲੋਂ ਰਾਣਾ ਵੇਖੋ ਤਾਂ ਗੁੱਸਾ ਚੜ ਜਾਂਦਾ। ਉਹਨੇ ਫਿਰ ਰਾਣਾ ਵੀ ਤੇ ਬੱਕਰਾ ਵੀ ਸੁੱਟ ਲਿਆ ਗੱਡੀ 'ਚ। ਮੈਂ ਉੱਥੇ ਚਾਚੇ ਦੀ ਕੰਨ ਲੱਗਣ ਦਿੱਤੀ, ਉਹਨਾਂ ਮੈਨੂੰ ਸੁੱਟਿਆ ਗੱਡੀ 'ਚ, ਮੈਂ ਇੰਜ ਕਰ ਲਿਆ ਫੌਰਨ। ਸਦਕੇ ਜਾਵਾਂ ਮੈਂ ਬੱਬਰ ਸ਼ੇਰ ਲਿਆ ਗਏ ਨੇ ਉਹ ਜਨਾਬ ਥਾਣੇ। ਮੈਂ ਆਇਆ ਚੌਧਰੀ ਸਾਹਿਬ ਕੋਲ, ਮੈਨੂੰ ਪਤਾ ਲੱਗਾ ਮੈਂ ਚੌਧਰੀ ਉੱਠ ਤਾਂ ਰਾਣਾ ਸਾਹਿਬ ਨੂੰ ਤੇ ਬੱਕਰੇ ਨੂੰ ਲੈ ਗਏ ਨੇ ਥਾਣੇ, ਮੇਰੇ ਨਾਲ ਚੱਲ। ਸਾਫ ਇਨਕਾਰ ਕੀਤਾ, ਸਾਹਮਣੇ ਬੈਠਾ ਨੇ, ਪੁੱਛੋ ਇਹਦੇ ਕੋਲੋਂ। ਉਹ ਨੈਮਿਆ ਮੈਂ ਚੋਰੀਆਂ ਚਕਾਰੀਆਂ ਦੇ ਕੇਸਾਂ 'ਚ ਥਾਣੇ ਕਚਹਿਰੀਆਂ 'ਚ ਨਹੀਂ ਜਾਂਦਾ। चोरियां चिकारियां कैसे, उनके घर का पला हुआ बकरा था। ਸ਼ਰਮ ਨਹੀਂ ਆਉਂਦੀ ਤੈਨੂੰ ਇਹੋ ਜੀ ਗੱਲ ਕਰਦੇ ਆ ਚੌਧਰੀ? ਪੂਰੇ ਪਿੰਡ 'ਚ ਤੇਰਾ ਕੱਲਾ ਮੈਂ ਸਾਥੀ ਆ। ਯਾਦ ਕਰ ਜਦੋਂ ਬੁੱਟਰਾਂ ਨੇ ਤੈਨੂੰ ਮਾਰਿਆ ਸੀ ਫੜ ਕੇ, ਪਿੰਡ ਵਾਲਾ ਕੋ ਬਾਹਰ ਨਹੀਂ ਨਿਕਲਿਆ ਤੇ ਮੈਂ ਆਇਆ ਹਾਂ ਤੇਰੇ ਡੇਰੇ ਤੇ। ਇੰਜ ਬੇਹੋਸ਼ ਥੱਲੇ ਪਿਆ ਹਜੇ ਜਿਵੇਂ ਕਿਸੇ ਦਾ ਚਾਰਜਰ ਡਿੱਗਿਆ ਹੁੰਦਾ। ਮੈਂ ਚੁੱਕ ਕੇ ਖੜਿਆ ਹਜੇ ਪਿੰਡ ਦੀ ਡਿਸਪੈਂਸਰੀ, ਪੁੱਛੋ ਸਾਹਮਣੇ ਬੈਠਾ ਜੇ। ਰੋਥੇ ਵੀ ਰੱਬ ਦੀ ਰਹਿਮਤ ਨਾਲ ਮੈਂ ਕੰਡ ਨਹੀਂ ਵਹਾਈ। ਉਹ ਡਿਸਪੈਂਸਰ ਵਿਚਾਰਾ ਨਾਲ ਲੱਭੇ ਟੀਕਾ ਲਾਉਣ ਵਾਸਤੇ, ਨਾਲ ਹੀ ਨਾ ਉਹਨੂੰ ਲੱਭੇ। ਇਹ ਮੈਂ ਕੋਲੋਂ ਉਹਨੂੰ ਮਸ਼ਵਰਾ ਦਿੱਤਾ, ਮੈਂ ਟੀਕਾ ਭੰਨ ਕੇ ਗਾ ਮੂੰਹ 'ਚ ਸੁੱਟ ਸੂ। ਟੀਕਾ ਕੌੜਾ ਹੀ ਇਹਦੀ ਜ਼ਬਾਨ ਤੇ ਲੱਗਾ ਤੇ ਇਹਨੂੰ ਹੋਸ਼ ਆਈ। ਅੱਜ ਜਿਹੜਾ ਗੱਲਾਂ ਕਰਦਾ ਜੇ ਮੇਰੀ ਵਜ੍ਹਾ ਤੋਂ ਹੋਸ਼ 'ਚ ਆਇਆ ਹੈ। ਉਹ ਚੌਧਰੀ ਤੂੰ ਤਾਂ ਚਾਚੇ ਮੇਰੇ ਦਾ ਦੇਣਾ ਨਹੀਂ ਦੇ ਸਕਦਾ ਜ਼ਿੰਦਗੀ 'ਚ। ਤੈਨੂੰ ਕਿਵੇਂ ਲੈ ਕੇ ਗਿਆ ਚਾਚਾ ਹਸਪਤਾਲ? ਸੱਜੇ ਹੱਥ ਨਾਲ ਚਾਚੇ ਨੇ ਵਿਸਾਖੀ ਫੜਨੀ ਹੁੰਦੀ ਆ, ਖੱਬੇ ਹੱਥ ਫਿਰ ਚੌਧਰੀ ਨੂੰ ਪਾਇਆ ਤੇ ਚਾਚਾ ਫਿਰ ਐਂ ਲੈ ਗਿਆ। ਜਨਾਬ ਸਾਹਿਬ ਰਾਜ ਲੋਕੀ ਮੈਨੂੰ ਬੜੀਆਂ ਬਾਦਾਂ ਲਾਣ, ਆਖਣ ਮੁੱਠ ਬੰਦ ਕਰ ਲੈ, ਇਹਨੂੰ ਹੋਸ਼ ਆਈ ਤੇ ਨੇ ਉੱਡ ਜਾਣਾ ਹੀ। ਮੈਂ ਮੁੱਠ ਮੀਟੀ ਦੇ ਸਾਹ ਹੋਰ ਨਾ ਬੰਦ ਹੋ ਜਾਵੇ। नहीं तो राणा साहब बाहर कैसे आए फिर? ਜੁਨੈਦ ਸਾਹਿਬ ਨਾਲ ਕੋਈ ਨਹੀਂ ਟੁਰਿਆ, ਬਦੀਦ ਲੋਕ ਸਾਰੇ ਸਨੇ ਚੌਧਰੀ ਆਪ ਹੀ ਮੈਂ ਉਹਨੂੰ ਗਿਆ, ਹਿੰਮਤ ਕੀਤੀ ਹੈ ਮੈਂ। ਉਹ ਮੈਂ ਕਿਹੜਾ ਕੋ ਅੱਲਾ ਮਾਫ ਕਰੇ ਉਥੋਂ ਆਪਣੀ ਚਰਚ ਛੁਡਾਉਣ ਚੱਲਿਆ, ਮੈਂ ਆਪਣਾ ਜਵਾਈ ਲੈ ਕੇ ਆਣਾ। ਔਰ ਅੱਲਾ ਦੀ ਰਹਿਮਤ ਨਾਲ ਮੋਦਤ ਦਾ ਆਦਮੀ ਹੈ, ਐਵੇਂ ਫੜ ਕੇ ਭਾ ਛੱਡੇ ਆ, ਬੱਕਰਾ ਵੀ ਤੇ ਰਾਣਾ ਵੀ। ਮੈਂ ਜਾ ਕੇ ਫਿਰ SHO ਨੂੰ ਕਿਹਾ, ਮੈਂ ਗੱਲ ਸੁਣੋ ਭਾਜੀ, 22,000 ਦਾ ਬੱਕਰਾ ਤੇ ਨਾਲ ਆ ਮੇਰੇ ਦਾਮਾਦ ਨੇ, ਇਹ ਤਾਂ ਹੁਕਮ ਮਾਮੂਲੀ ਬੰਦਾ ਨਹੀਂ ਫੜ ਕੇ ਲਿਆਂਦਾ। ਰਾਣਾ ਸਾਹਿਬ ਨੇ ਫਿਰ ਕਿਹਾ, ਰਾਣਾ ਸਾਹਿਬ ਨੇ ਗੱਲ ਸੁਣੋ, ਹੁਣ ਮੈਂ ਕੱਲ ਦੀਆਂ ਤੁਹਾਡੀਆਂ ਲੱਤਾਂ ਕੁੱਟਣ ਡੇ ਆ, ਹੁਣ ਛੱਡ ਦਿਓ, ਮੈਂ ਬੜੀ ਹੋ ਗਈ। ਜਨਾਬ ਸਾਹਿਬ 22,000 ਦਾ ਬੱਕਰਾ, ਉਹਦਾ 10,000 ਦਿੱਤਾ ਨੇ ਤੇ ਨਾਲ ਰਾਣਾ ਸਾਹਿਬ ਨੂੰ ਦਿੱਤਾ ਨੇ ਤੇ ਮੈਂ ਲੈ ਕੇ ਬਾਹਰ ਨਿਕਲੇ। ਉਹ ਚਾਚਾ ਪੈਸੇ ਤੇ ਆਉਣ ਜਾਣ ਵਾਲੀ ਸ਼ੈ ਵੇ। ਮੈਂ ਥਾਣੇ ਨਿਕਲਦੇ ਬਾਊ ਜੀ ਫੇਰ ਇੰਜ ਕੀਤਾ। नहीं बनता था आपका बकरे के साथ हवालात में रात गुजारना। जनाब साहब ऐसी कोई गल नहीं, एसी वाले कमरे च सारी रात कड्डी राणा साहब। हाँ जी SHO लत्तां घटाउंदा रहा ना, ਉਹਨੇ ਏਸੀ ਲਾਇਆ ਅਜੇ। ਏਸੀ ਨਾਲ ਲੱਗਾ ਹੁੰਦਾ ਤੇ ਰਾਣਾ ਘੁੱਟਦਾ ਹੀ ਲੱਤਾਂ। ਮੈਂ ਨਹੀਂ ਘੁੱਟਦਾ। ਨਾਲੇ ਮੈਨੂੰ ਕੋਈ ਨਾ ਇੰਨਾ ਡੱਕਿਆ ਨਹੀਂ। ਅੱਛਾ। ਮੈਨੂੰ ਬਾਹਰ ਆਉਣ ਜਾਣ ਦੀ ਆਜ਼ਾਦੀ ਸੀ। जबरदस्त। ਇੱਕ ਵਾਰ ਮੈਂ ਥਾਣੇਦਾਰ ਸਾਹਿਬ ਦੇ ਸਿਗਰਟ ਲੈ ਗਿਆ, ਇੱਕ ਵਾਰ ਉਹਨਾਂ ਮੇਰੇ ਕੋਲ ਰੋਟੀਆਂ ਮੰਗਾਈਆਂ। ਓਏ ਅੱਛੂ, ਜੇ ਤੂੰ ਥਾਣੇ 'ਚੋਂ ਬਾਹਰ ਆ ਹੀ ਗਿਆ ਸੰ ਤੇ ਦੌੜ ਲਾ ਜਾਂਦਾ। ਮੈਂ ਹੁਣ ਮਾਲ ਛੱਡ ਕੇ ਭੱਜ ਜਾਂਦਾ, ਬੱਕਰਾ ਮੇਰਾ ਥਾਣੇ ਉੱਤੇ ਬੈਠਾ। नाज़रीन यहाँ मुझे लेना एक छोटा सा वक्फा, हमारे साथ रहिएगा। ज़ाहिर है जो लोग भी टीवी देखते हैं उनको अंदाज़ा तो होगा कराची की सूरत हाल का, लेकिन उसकी संगीनी का अंदाज़ा हरगिज़ नहीं है। कराची के शहरी इस वक्त एक अजाब से गुजर रहे हैं। भाईजान इस वक्त आपको कुछ अंदाज़ा है कि कराची किस कर्ब से गुजर रहा है? अल्लाह खैर करे। ज़ाहिर है जो लोग भी टीवी देखते हैं उनको अंदाज़ा तो होगा कराची की सूरत हाल का, लेकिन उसकी संगीनी का अंदाज़ा हरगिज़ नहीं है।
कराची के शहरी इस वक्त एक अजाब से गुजर रहे हैं। अल्लाह माफ। ये बारिशों के नतीजे में जो वहाँ पे पिछले कुछ दिनों से सूरत हाल हुई है ना, इस वक्त बाकायदा वहाँ पे मतलब घुटनों घुटनों नहीं, नाक नाक तक पानी बाज इलाकों में खड़ा हुआ, कारें डूबी हुई हैं। अच्छा, ये तो चले गुजर जाता है ना, मतलब अक्सर लाहौर में भी हमें सूरत हाल का सामना करना पड़ता है, पेशावर में भी कई जगहों पे पानी खड़ा रहता है, लेकिन 1, 1.5 या 2 दिन बाद पानी कम होना शुरू हो जाता है। उसकी जो अजियत और शिद्दत है वो कम होना शुरू हो जाती है। लेकिन कराची बेचारा ऐसा बदनसीब शहर है जो कई बरसों से एक अजाब से निकलता है, दूसरे में फंस जाता है, दूसरे से निकलता है, तीसरे में फंस जाता है। और मरे को मारे शाह मदार, ऊपर से हुआ ये है कि 7 बरसों की तवील तरीन बारिश हुई है 2 दिन पहले। 7 बरसों का रिकॉर्ड टूट गया। नतीजा तुम्हारे सामने है कि बाकायदा गटर उबल रहे हैं, गलाजत जो है वो अगर पानी घुटने घुटने खड़ा हुआ है तो पानी के ऊपर जो है वो गलाजत तैर रही है। और ये किसी एक इलाके का मंजर नहीं है, गली गली का मंजर है, हर दूसरे इलाके का मंजर है। हाँ जी, कूड़ा तो पूरे कराची में पहले ही जगह पे ढेर अब लगे जब वो हुए। बारिश आई है तो वही कूड़ा ऊपर आ गया और ऊपर उसने भी आ गया शहरियों और का बदबू। सांस लेना, हाँ बदबू, सांस लेना दोबर कर दिया। और बात वही है कि कोई जिम्मेदार नहीं है। ये यानी मैं कोई मुहावरतन लफ्ज़ नहीं बोल रहा, बाकायदा सोच समझ के ये लफ्ज़ बोल रहा हूँ कि कराची बाकायदा इस वक्त एक यतीम शहर हुआ हुआ है। यतीम, कोई वाली वारस ही नहीं है। यानी पीपल्स पार्टी कहती है कि एमक्यूएम का मेयर है, एमक्यूएम वाले कहते हैं जी हमारे पास तो इख्तियार ही नहीं है, पीपल्स पार्टी वाले। और दोनों पार्टियों के लीडर्स जो पानी में मतलब एक एक तस्वीर खिंचवाने के लिए जा रहे हैं, वो तस्वीर अगले दिन टीवी पे भी नज़र आ जाती है, अखबारात में भी नज़र आ जाती है। 1 टके का फर्क नहीं पड़ रहा, 1 टके का फर्क नहीं पड़ रहा। ये बल्कि फर्क क्या पड़ना है इन लोगों के जाने की वजह से। 2 दिन पहले 3 कराची की बड़ी शाहराएं जो हैं वो 8 घंटे के लिए बंद रही हैं। हजारों लाखों लोग जो है 8 घंटे तक पानी से भरी हुई सड़कों के अंदर फंसे रहे हैं। लेकिन वजह जो है वो पानी नहीं था, वजह था वीवीआईपी मूवमेंट। ये लोग वहां पहुंचे हुए थे जिनकी वजह से इनका प्रोटोकॉल पूरा था और शहरी बेचारे 8 घंटे तक इस अजाब में फंसे रहे। हाँ जी, आप देखें ना कि एक किस्म का ये मुल्क की माँ है ये शहर। जी सर। सारा मुल्क जो है इसको पालता है ये शहर जो है कराची। और वहाँ पे इतनी बुरी हालत है, बहुत बड़ा बिजनेस का बहुत बड़ा इंडस्ट्रियलिस्ट शहर है वो। और वहाँ पे कोई वाली वारस वाकई सही कह रहा है ही नहीं। और इस वक्त कराची के कुछ इलाके तो ऐसा लगता है कि मैदान जंग के बाद की सूरत पेश कर रहे हैं कि यहाँ पे लगता है कि थोड़ी देर पहले या कुछ दिन पहले यहाँ पे हौलनाक किस्म की जंग हुई होगी। सबसे ज्यादा सुरजानी टाउन, मुलीर, गडाप, गार्डन और मीठा दर, खारा दर, ये ऐसे इलाके हैं कि इस वक्त पानी खड़ा है। मतलब कहीं होगा 3 दिन की बारिश के बाद भी इतना फुटों के हिसाब से पानी खड़ा है। और बात वही है कि आपको बाकी जगहों पे भी ऐसी सूरत हाल का सामना करना पड़ता है, लेकिन आपको कहीं कहीं सरकारी मशीनरी नजर आती है काम करती हुई, आपको हौसला बढ़ जाता है कि चलो रात तक पानी कम हो जाएगा, सुबह तक पानी कम हो जाएगा। यहाँ पर तो कोई फरियाद सुनने वाले नहीं है, वो एक दूसरे पे इल्जाम लगाते चले जा रहे हैं। अच्छा सर, मजीद बारिशों की भी पेशन गोई है? यही तो परेशानी बनी हुई है। खुद वहां के मेयर साहब फरमा रहे हैं कि इस वक्त जो कराची का सीवरेज का इंफ्रास्ट्रक्चर है वो एक पानी की बूंद भी मजीद निकालने का मुतम्मल नहीं हो सकता। और 2 दिन बाद एक और बारिशों का स्पेल आ रहा है कराची में, अल्लाह ताला रहम फरमाए। और हम पहले भी यार कई मरतबा इस बात का जिक्र कर चुके हैं, कराची के अब तो पूरे पाकिस्तान के बच्चे को पता है कि कराची में जब बारिशें जो है वो एक अजाब की शक्ल इख्तियार कर लेती हैं तो उसकी बुनियादी वजह क्या है। कराची में 550 के करीब भाईजान बरसाती नाले हैं, 550। और इस वक्त उनमें से मौजूद कितने हैं, यानी नक्शे पे 550 हैं, मौजूद कितने हैं? सिर्फ 50 हैं। और फंक्शनल कितने हैं? 40 भी फंक्शनल नहीं है। 40 में से भी ज्यादातर जो है वो कचरे से अटे हुए हैं। और यानी अगर फंक्शनल पूछे जाए जो यानी प्रॉपर काम कर रहे हैं तो 10 से 12 की तादाद आपको नजर आएगी। और 15-20 ऐसे हैं जिनमें से पानी रिस के आगे बढ़ रहा है, कछुए की रफ्तार से आगे बढ़ रहा है। अच्छा, 550 में से 50 तो मैंने बता दिए, बाकी 500 कहां गए? सवाल कब्जे हो गए हुए हैं हुए। और भाईजान कब्जों की नौयत इस कदर शर्मनाक है, इस कदर शर्मनाक है
کہ مطلب لگتا نہیں ہے کہ یہ ایک ایسا ملک ہے جہاں پہ قانون نافذ کرنے والے ادارے بھی ہیں, عدلیہ بھی ہے, حکومتیں بھی ہیں, شہری ادارے بھی ہیں, اس کے باوجود اس قدر دیدہ دلیری سے قبضے ہوئے ہیں. یعنی خود ان کی اپنی رپورٹس بتا رہی ہیں کہ کراچی میں 80,000 کے لگ بھگ کمرشل اور دوسرے جو فلیٹس ہیں یا جو پلاٹس ہیں وہ برساتی نالوں کی جگہ پہ بنے ہوئے. 80,000 پلاٹس جو ہیں وہ ان برساتی نالوں کے اندر اچھا, اور میڈیا ہاؤسز کے دفاتر جو ہے وہ ان برساتی نالوں کے اندر بنے ہوئے ہیں. سب سے افسوسناک بات یہ ہے کہ پوری کی پوری بستیاں جو ہیں, پوری کی پوری جو کالونیز ہیں وہ ان برساتی نالوں کے اندر بنی ہوئی ہیں. اچھا, سپریم کورٹ نے جو ناجائز تجاوزات ختم کرنے کے لیے احکامات جاری کیے تھے, ہر جگہ پر ان پر کما حقو عمل کیا گیا, لیکن کراچی ایسا بدنصیب شہر ہے کہ سپریم کورٹ کی ہدایات پر ان برساتی نالوں کی صفائی کا اور ان پر سے جو قبضے ہوئے ہیں وہ ختم کروانے کی ایک کیمپین چلی تھی, جس پر آج تک صرف 10 سے 15% عمل ہو سکا ہے. صرف 10 سے 15%. آپ چھیڑ کے دیکھیں ان کو, ان سے قبضہ چھڑانے کی بات کریں, سارے لوگ سڑکوں پہ نکل آئے, خواتین آ کے تو بلڈوزروں کے آگے لیٹ جاتی ہیں, رونا دھونا اور آہو بکا شروع ہو جاتی ہے, جس سے ہمارا بھی دل پسیج جاتا ہے. کیا کیا جائے؟ مگر وہ کیا کہتے ہیں کہ اگر اسی طرح ہوتا رہا, شرم تم کو مگر نہیں آتی, شرم ہمیں نہیں آ رہی, ہم اسی طرح ہی چل رہے ہیں, اسی طرح ہی کرتے جا رہے ہیں اور اسی طرح آہستہ آہستہ کھانا خراب ہوتا جا رہا ہے. یہ سادی ٹاؤن اور رئیس امروی کالونی, یہ دو ایسی کالونیز اور بستیاں ہیں جو پوری کی پوری جو آپ کو وہ آباد ہی ان برساتی نالوں یا برساتی ندیوں کے اندر ہوئی ہیں. ظاہر ہے کہ جب مطلب 90% برساتی نالے بند ہو چکے ہیں اور بند بھی اس طرح ہوئے ہیں کہ وہاں پہ عمارتیں کھڑی ہو گئی ہوئی ہیں, تو پانی نے گزرنا کہاں سے ہے؟ آپ یہ کوئی بھی, میں کہتا ہوں کہ 1-2 دن میں کسی کے اوپر بلیم کرنے سے, کسی کو مورد الزام ٹھہرا دینے سے مسئلہ حل نہیں ہوگا. اس کو پہلے تو شہر کو اون کرنا پڑے گا کہ شہر بنیادی طور پہ کس کی ذمہ داری ہے, کون اس کا والی وارث ہے, کون اس کا مائی باپ ہے. اس وقت تو کوئی مائی باپ ہی نہیں ہے کراچی کا. جو جڑا میئر بنایا ہے انہوں نے, ایویں وہ اچھی اچھی بول کے اپنی ناڑاں پھلا لیتا ہے. اس طرح دے بندے زیادہ تر کھمبیاں تو بلب لا کے بیچتے ہیں. بالکل وہ فضول ساری رنگ بازی کر رہا ہوتا ہے, کبھی کہیں جا, کبھی ہمارا تو یہ بس میں نہیں ہے. اچھا, بس میں نہیں ہے حضور والا, تو آپ چھوڑ دیں, پھر چھوڑ دیں نا, سیدھی سیدھی بات ہے. آپ جب سے میئر بنے آپ کہتے جا رہے ہیں میرے تو ہاتھ میں کچھ نہیں, میرے تو بس میں کچھ نہیں. بھئی اگر آپ کے بس میں نہیں ہے تو پھر آپ کاروں میں سیر کرنے کے لیے میئر بنے ہوئے ہیں, دفع کریں اس کو پھر. ہاں بالکل, اپنے کو 10-12 کھوتے خریدو تے کاروبار مطلب پبلک کا بھی کچھ نہیں کرنا. ویڈیو بھی سوشل میڈیا پہ ایسی ایسی ٹون پڑی ہوئی ہیں کہ دل چڑھا دیا اس پائی. اچھا, تم اندازہ کرو کہ یہ جو شہری انتظامیہ ہے جو میئر صاحب کے انڈر ہے, اس کے کارکنوں یا اہلکاروں کی تعداد کتنی ہوگی آپ کے خیال میں؟ کتنی ہوگی تمہارے خیال میں؟ 60,000. 60,000 تعداد ہے اس وقت. اور اچھا, وہ کہاں پہ ہے؟ وہ گراؤنڈ پہ نظر کیوں نہیں آتی؟ اس لیے کہ ان کی ایک بڑی تعداد جو ہے وہ گوشت ملازمین کی ہے. ان کو گھر بیٹھے تنخواہیں مل رہی ہیں, یا کوئی ایسے ہیں جو خود ان کے اکاؤنٹ میں آ رہی ہوتی ہیں ساروں انہوں نے کیا کرنا. جی دیکھیں نا, وہ سی ایم صاحب جو ہیں ایویں فضول خبراں روڑا, ایویں سیاست نیری, اور وکھرا ہی گیس علی استری کا منہ کٹ کے سڑکاں تے پھری جاتے. کیتا کرایا کچھ بھی نہیں. لوگ جو ہیں وہاں پہ پاکستان کی سب سے زیادہ آبادی والا شہر جو ہے وہ پریشان ہے. خدا کی انہوں نے قسم کیتا کرایا ہوتا نا ان لوگوں نے, تو آج یہ صورتحال ہمارے سامنے ہوتی. صرف 3 دن کی بارش میں 26 افراد کراچی میں اپنی جان کی بازی ہار چکے. 26 افراد, اور زیادہ تر کی اموات کس وجہ سے ہوئی ہے, جس کا ہم بار بار اپنے شو میں بھی ذکر کر چکے ہیں کہ بجلی کے کھمبوں کی وجہ سے بچ کے رہے. لیکن جب یہ کے الیکٹرک سے کوئی پوچھنے والا نہیں ہے, ویسے تو کے الیکٹرک کو پہلے دن سے کوئی پوچھنے والا نہیں تھا, تو انہوں نے مطلب کراچی کی سب سے بڑی دشمن ہے کے الیکٹرک, لیکن کوئی بولنے والا ہی نہیں ہے. نہیں جی, بولے تو تب نا, اگر گورنمنٹ کا کوئی اپنا کریکٹر ٹھیک ہو تو وہ اپنے کام میں لگے ہوئے ہیں, وہ اپنے کام میں لگے ہوئے ہیں. ناظرین, یہاں میں لینا ایک چھوٹا سا وقفہ, ہمارے ساتھ رہیے گا. جس کے پاس سمارٹ فون وہی سیلفی ایکسپرٹ. سیلفیز لینے کا رجحان ایک مرض کی شکل اختیار کرتا جا رہا ہے. آج اس کی نفسیات جاننے کے لیے ہم نے کٹہرے میں کھڑا کیا ہے ایسا ہی ایک سیلفی کا
शौकीन। ओ सर जी मैं तो समझा था खुदकुशी करने लगा है, रेलवे लाइन के साथ खड़ा था, मैंने जाके पकड़ा, मैं क्या बात है, कह रहा ट्रेन आएगी तो मैंने सेल्फी बनानी है। यार तुम भी को थोड़ा सा समझ से काम लो ना, अगर खुदकुशी करनी हो तो कार ही वो तागे के साथ कर ले। रेलवे लाइन पे जाने की उसको क्या जरूरत है। इसी तरह आजकल शौकीन सेल्फी के ही पहुंचे होते हैं। भाईजान मैं क्यों करूंगा खुदकुशी, बस पटरी पे लेट के एक सेल्फी बना के उसको पोस्ट करना था और बारिश की तरह लाइक्स आने थे। बहुत अच्छे। रेलवे लाइन पे लेटने की तुम्हें क्या जरूरत है, पालक के पत्ते पे लेट के सेल्फी बनाओ। तुम्हारे जैसी चीजें या गोभी से निकलती हैं या पालक में से निकलती। कैसे शौक हो तुम, तुम्हें समझ नहीं आ रही बात क्या कर रहे हैं। इतनी इतनी खतरनाक जगहों पे ऊपर ईमान से जाके ये सेल्फियां बनाते हैं, भाजना है तो दिल को हाथ पड़ता है। जी बिल्कुल सर। 2011 से लेकर अब तक 13 अफराद सेल्फी बनाने के शौक में अपनी जान गंवा चुके हैं। 13 है अफराद। जी। और माँ बाप बेचारे पीछे से सारी जिंदगी रोते रहते हैं। ये बच्चे समझते नहीं है कि यार ये सेल्फी का जो जुनून है इसको सिर्फ इसलिए स्टिक गोरे ने निकाल दिया कि कोई और खींचने वाला नहीं है तो खुद खींच। ये जरूरी नहीं है कि खतरनाक करतब कर करके सेल्फियां बनाएं। नफसियाती मरीज हो चुके हैं ये लोग, सच्ची बात। लेकिन नफसियाती नहीं, वैसे भी मरीज ही है। इस कदर इन्होंने टेंशन फैलाई होती है माशरे के अंदर, लोग बेचारे इनसे छुपते फिरते हैं। जिसके हाथ में स्टिक को पकड़ी हो ना जी, बंदे नाच जाते हैं उसको देख के। जिस तरह बकरियां नहीं दौड़ जाती हैं सोटियां लगाई। देखो ना कितना अजीब लगता है कि एक बंदा राह जाते हुए आपको कहे एक्सक्यूज मी। हाँ जी, अगला अपनी टेंशन नहीं होता, उन्हें कहेंगे स्माइल प्लीज। ना खुशी देखते हैं ना गमी देखते हैं, जनाजों में सेल्फियां ले रहे होते हैं। सर सेलिब्रिटी जहां मिलेगी फिर उसके साथ एक सेल्फी तो होनी चाहिए ना। बकवास ना कर, मैं सुबह चलना फिर मैं सिमिलरिटी नहीं। मैं ਜਦੋਂ ਫੋਨ ਦੇ ਕੇ ਆਉਣਾ ਅੱਗੋਂ ਸੋਟੀ ਘੁਮਾ ਲੈਂਦਾ। ये भी सोटी घुमाता होगा, कैमरे में कोई फंक्शन होगा ऐसा। सर ये आज मुझे आप बातें कर रहे हैं ना, सिर्फ एक हफ्ता ठहर जाएं, मैं जा रहा हूँ पेरिस, एफल टावर के सबसे ऊपर टॉप पे खड़े होकर जब देखेंगे ना फिर आपको मजा आएगा। तो तू एफल टावर न रोन दे और खुदा का वास्ता, अब तो तुम जैसे बेवकूफ लोग जो हैं वो खाने काबे के पास खड़े होकर बजाय अल्लाह तौबा करने के, रब से माफी मांगने के, सेल्फियां खींच खींच के फेसबुक पे फेंक रहे हो। मैं इतना हैरान होता हूँ कि लोगों को क्या हो गया। मैं इस बात पे हैरान होता हूँ कि लोगों की तवज्जो किसी और काम की तरफ चली कैसे जाती है वहां। होए 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 होए, हर जगह पे, हर मस्जिदों में, कब्रिस्तानों में, अस्पतालों में इतनी शर्मिंदगी हो रही होती है कि यार खुदा वास्ते जाने दो। और दिल को हाथ पड़ता है ऐसे लोगों को मना करने पे या उनका दिल दुखाते हुए। ऐसी महसूस हो रहा होता है कि यार इन्होंने दिल नहीं ना दुखे। मगर बात तो ये सच है ना कि खुदा के लिए मरीज के सराहने खड़े हैं, आप सेल्फी को रो रहे हैं। आप कब्र के सराहने खड़े हैं, आप सेल्फी को रो रहे हैं। लोग रो रहे हैं, आप कह रहे हैं कि सेल्फी बनवा रहे हैं। सर जी ਇੱਕ ਵਾਰੀ ਸੰਡੇ ਤੇ ਬਹਿ ਕੇ ਸੈਲਫੀ ਬਣਾ ਰਿਹਾ ਸੀ, ਇੰਜ ਸੋਟੀ ਕਰਕੇ ਤੇ ਸੰਡੇ ਦੇ ਕੰਨਾਂ ਤੇ ਮਾਰਨ ਰਿਹਾ, ਸਮਾਈਲ ਪਲੀਜ਼ ਸਮਾਈਲ ਪਲੀਜ਼। ਉਹ ਫਿਰ ਐਸਾ ਭੂਤ ਰਿਹਾ, ਪਹਿਲਾਂ ਇਹਨੂੰ ਸੁੱਟਿਆ ਥੱਲੇ, ਫਿਰ 10 ਬੰਦੇ ਨੂੰ ਜ਼ਖਮੀ ਕਰਦੇ ਪਏ। ਉਹ ਅੱਗੇ ਬੰਦੇ ਜ਼ਖਮੀ ਕਰਨ ਦੇ ਆ, ਥੱਲੇ ਬੈਠਾ ਸਮਾਈਲ ਕਰਨ ਦੇ। सर जी मेरा दुख समझने की भी कोशिश करें ना। तुम्हारा सिर्फ ये दुख है कि तुम्हारा ऊपर वाला बटन बांध दो तो तुम्हारा सांप उठता है। सर जी मेरा दुख तो सुन लेना। ਉਹ ਬਾਰ-ਬਾਰ ਮੇਰਾ ਦੁੱਖ ਸੁਣ ਲੈ, ਮੇਰਾ ਦੁੱਖ ਸੁਣ ਲੈ, ਤੂੰ ਰਜੇਸ਼ ਖੰਨਾ। सर जी बात असल ये है कि जो मेरे फेसबुक फ्रेंड है ना, उन्होंने बड़ी बड़ी शख्सियत के साथ अपनी तस्वीरें अपलोड की हुई हैं। अगर मेरी किसी ऐसी शख्सियत के साथ तस्वीर नहीं होगी तो मेरी तो नकाती हो जाएगी ना जानू। तो बहुत बड़ी शख्सियत क्यों नहीं बन जाते। नहीं जी नहीं, ये सेल्फी ਇਹਦੇ ਨਾਲ ਬਣਵਾ ਤੈਨੂੰ ਇਦੋਂ ਵੱਡੀ सेलिब्रिटी नहीं लभनी। ओए 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 जरा किन्नी सेलिब्रिटी। ये जब तुमने फेसबुक पे लोड करनी है तो ऐसे ही लगना है तुमने फेसबुक पे ट्रक सुटा लिया। ਜਦੋਂ ਮੈਂ ਤੇਰੇ ਮੋਢੇ ਉੱਤੇ ਹੱਥ ਰੱਖਣਾ ਤੈਨੂੰ तो ये चीखा निकल जानी है। और सबसे ज्यादा मकरूह मंजर उस वक्त होता है
जब कोई एक्सीडेंट हुआ होता है और जाए हादसा पे पहुंच के ये लोग सेल्फियां बना रहे हैं। सर मेरी बात समझने की कोशिश करें, वो सेल्फी नहीं बनाते, वो सिर्फ पोस्ट इसलिए करते हैं कि ये परदेसी या मुसाफिर, अगर कोई इसका वाकफ होगा तो आके कांटेक्ट कर लेगा। तो साथ अपनी बूथी क्यों ले रहे होते हो? वो खींचने वाले का भी तो आना चाहिए। इसका मतलब है नीयत मदद नहीं है, नीयत जाती तशहीर है। वो कहना ये चाह रहा होता है कि ये जिसका भी है ले जाए, अगर ये पसंद ना आए तो मैं भी जा सकता। सर और तो नहर में नहाते हुए सेल्फी बना रहे होते हैं। गिल्ली गिल्ली सेल्फी। जुनैद साहब बड़े शौखे बच्चे ने, जिस दिन सेल्फी ना बनाउन ऐसे स्टिक ना बन के बाजार च भी मंग लेंगे। अजीब पागलपन है कि ये सेल्फी का फैशन दूसरों की प्राइवेसी में इस कदर इन्वेड कर रहा है कि रेस्टोरेंट में खाना खाते हुए सेल्फी बना रहे होते हैं, बीच में दूसरे लोग भी बैठे होते हैं, फैमिलीज बैठी होती हैं। पता नहीं किस किस की सेल्फी बन रही है। जी जी, शादियों पे यार आपका को ना जानने वाला ना कुछ, को फैमिली बैठी हुई है, खवातीन बैठी हुई है, आप एवं सेल्फियां बना रहे हैं किस लिए? ਇਹੋ ਜਿਹੇ ਬੰਦੇ ਦਾ ਈਮਾਨ ਨਾਲ ਫੋਨ ਖੋ ਕੇ ਥੱਲੇ ਸੁੱਟ ਕੇ ਉੱਤੇ ਬੂਟ ਵਾਲੀ ਅੱਡੀ ਮਾਰਨੀ ਔਰ ਐਡੀ ਜ਼ੋਰ ਦੀ ਮਾਰੋਗੇ ਫੋਨ ਥੱਲੇ ਕਵੇ ਹਾਏ अब मैं इसीलिए सेल्फियां बनाने सिडनी जा रहा हूँ। मैं तेरे कन्ना ते एक सिडनी, कॉलेज जाते नहीं तो सिडनी जा रहे हो। कुछ हया करो, कुछ शर्म हया ज़हन में होनी चाहिए। जिंदगी गुजारते हुए अपने लिए ही नहीं जिंदगी गुजारते, बाकियों का भी ख्याल रख के, बाकियों की प्राइवेसी, बाकियों की भी इज्जत, शर्म, टेंशन, खुशी को मद्देनजर रखना चाहिए। बिल्कुल सर। मेरा बंदा आप इकल्ला ही नहीं दुनिया से आया हूँ। आपने मेरी वो सेल्फी देखी है जिसमें मैंने स्पोर्ट्स बाइक का अगला व्हील उठाया हुआ है? मैंने तुम्हारी वो सेल्फी देखनी है जिसमें लोगों ने तुम्हें उठाया हुआ है और तुम ऊपर से तड़फ रहे हो, जोर दी ना सुटना दुनिया में लेना एक छोटा सा वक्फा, हमारे साथ रहिए। अच्छा जी, हमारे जो मुल्क के अंदर जितने भी हुक्मरान आए हैं उनको देख के हमारे ज़हन में ये आता है कि यहाँ पे अरबपति बंदे या कोई बड़ी फैमिली जो है नस्ल दर नस्ल जो इक़्तिदार हासिल करते रहे हैं, उसी तरह का कोई बंदा सदर हो सकता है या कोई बड़ा बड़ा जगीरदार सरमायादार ही सदर या वज़ीर आज़म लग सकता है। इसलिए हम ये नहीं सोचते कि बड़े बड़े अजीब काम करने वाले लोग अमेरिका के सदर बने। अच्छा। अमेरिका के जो सदूर गुजरे हैं उनमें ऐसा ऐसा भाई भी आया कि जिसका ऐसा ऐसा मजा या कारोबार होता था कि आप सुनेंगे तो हैरान हो जाएंगे कि हैं ये भाई सदर किवें हो गया, बुलाओ ना जरा इन्हू। जैसे जो 40वें सदर हुए हैं अमेरिका के, रोनाल्ड रैगन जी, हाँ जी, ये टाइप लोग रोनाल्ड रैगन भी कह लेते हैं, जुनैद जैसे लोग कहते हैं नहीं रोनाल्ड होता है। ऐसे लोग अंग्रेजी ठीक कराते रहते अपने मकान की भावें छत चौंदी होवे वो नहीं ठीक करा, दूजे दी अंग्रेजी जरूर ठीक करा, अंग्रेजी ठीक कराते कराते अपनी उर्दू खराब कर। आप सुन के हैरान होंगे कि ये रोनाल्ड रैगन साहब जो है ना जी, ये एक वक्त में बेचारे अपनी जवानी में सर्कस में काम किया करते हैं। हाँ हाँ हाँ, और सर्कस में ये सर्कस का सामान, जब सर्कस खत्म होती थी तो सर्कस का सामान जो है एक जगह से दूसरी जगह पहुंचाया करते थे। ये इसलिए वजाहत की है कि शायद आपके ये इनमें ये ना आ जाए कि बांदर दी खल पा के कलाबाजियां ला दे या शेर दा मास्क पा के तो आम बेचारे मजदूर टाइप सर्कस में होते थे। समझ गए हो गंगा जी? कहता रहा कि लकीरानी वाले दा हाथी मरे उथे नौकरी कर अज कीती हुंदी तो शायद आप भी अमेरिका के सदर सैलरी बहुत कम दे रहे थे। अच्छा जी, चलो नाल गन्ने तो पूरे दे रहे सन, बेवकूफ जिया। लो जी, ये रोनाल्ड रैगन साहब जो है ये यहाँ से करते करते आहिस्ता आहिस्ता इनको एक्टिंग का शौक पड़ गया। अच्छा। और ये छोटे मोटे एक्टर बन गए, फिर आहिस्ता आहिस्ता को बी क्लास एक्टर रहे हुए हैं और फिर उधर से ये सियासत में आए को 69 साल की उम्र में सदर बन गए। 69 साल की उम्र में ये सदर हुए। क्या बात है सर। जी जी जी, पहले इनकी बड़ी मुशक्कती जिंदगी गुजरी हुई और जी टाइप, इसलिए कहा कि इनको बेचारों को सर्कस में
फी घंटा 25 सेंट यानी चुवानी मिलती थी, डॉलर की चुवानी। एक डॉलर का चौथा हिस्सा इनको फी घंटा मजदूरी मिला करती। 4 घंटे में $1। जी जी जी। ਉਦੋਂ ਚਵਾਨੀ ਵੀ ਬੜੀ ਹੋਣੀ ਹੈ ਅਜ਼ੀਜ਼ੀ, ਉਦੋਂ ਅੰਗਰੇਜ਼ ਵੀ ਫੰਡ ਵਾਲੇ ਪਜਾਮੇ ਪਾਉਂਦੇ ਸੀਗੇ। यार हमें किसी अंग्रेज को फांटा ना खा लेते। अब देखिए एंड्रियो जॉनसन, अच्छा जो 17वें सदर हुए अमेरिका के। हाय हाय हाय, नन्ना मुन्ना था जब था एंड्रियो। अब मेरे ना खेड़ते रहे, मैं ये बेचारे इतने मस्कीन थे कि इनकी वालदा ने एंड्रियो जॉनसन को एक दर्जी की दुकान पे काम सीखने पे बैठा दिया। ओह माय गॉड। यानी वो जो काज करते हैं ना छोटे बैठ के, वो थे एंड्रियो। हाँ, दर्जी की दुकान पे और आहिस्ता आहिस्ता छोटा मोटा कॉलर शालर लाना भी सीख लिया। कॉलर दी जगह बैन ला लिया, बैन दी जगह ते कॉलर ला लिया, ते कॉलर बैन करते करते सदर ही लग गए। देखो ये है मेहनत और ये है अल्लाह ताला। 37वें सदर हुए हैं रिचर्ड निक्सन। ये अमेरिका की रियासत एरिजोना में एक मुर्गियों की दुकान पे जॉब करते थे। अच्छा। हाँ जी, उत्ते कुकड़ियां दे खंभ लांदे हुंदे। बस किसी कुकड़ी दा खंभ लगे, ਉਹਨੇ ਕਿਹਾ ਤੇਰੀ ਮਿਹਰਬਾਨੀ ਮੈਨੂੰ ਦਰਦ ਹੋਏਗੀ। ਇਹਨੇ ਉੱਥੇ ਹੀ ਛੱਡਤਾ, ਕੁਕੜੀ ਦੀ ਦੁਆ ਨਾਲ ਫਿਰ ਸਦਰ ਲੱਗ ਗਏ। यार सबसे ज्यादा मशहूर तो अमेरिका के 16वें सदर जो सबसे मारूफ भी हैं, अब्राहम लिंकन। वो थे, वो पहले दुकान करते थे किराने की और उसके बाद वो डाकिए भर्ती हो गए थे। हाँ जी हाँ जी। और फिर अपने एक दोस्त विलियम एफ बैरी के साथ मिलके इसने, अब्राहम लिंकन ने शराब की दुकान खोल ली, बैरी एंड लिंकन। उसे फिर अल्लाह ने भैड़े कम च बरकत पाती। हाँ, अल्लाह ताला इम्तिहान लेता है, याद रखना मेरी बात। वो क्या कहते हैं, बुरे की रसीद दराई होती है। शराब की दुकान में इसने फिर ऐसा पैसा कमाया कि अगला सदर ही हो गया। यार अमेरिकी सदर जिमी कार्टर जो थे वो मूंगफली बेचा करते थे, मूंगफली के कारोबार। हाँ, आपको याद है जब अफगान इशू था तो अमेरिका ने पाकिस्तान को एड दी थी, तो जनरल ज़ियाउल हक साहब ने ये कह के लेने से इनकार कर दिया था जिमी कार्टर से, ये पीनट एड है, ये मूंगफली की जितनी इमदाद है हम नहीं लेते। मूंगफली असल में उन्होंने तंज की थी जिमी कार्टर पे। हाँ जी हाँ जी। लिंडन बी जॉनसन एक सदर हुए हैं अमेरिका के, वो बूट पॉलिश करते थे। फिर अपने किसी करीबी अजीज की खेतों में बकरियां शकरियां उसकी चराने का काम भी करते थे। फिर अल्लाह ताला ने अमेरिका का सदर बना दिया। इसलिए मैं आप लोगों को खास तौर पे पा जुनैद को ये मतला करना चाहता हूँ कि डरो उस वक्त के जिस वक्त मैं ये अमेरिका का सदर बन। 2-3 दफा अमेरिकियों ने मेरा टेस्ट लिया, मेरी इंग्लिश ग्रामर में कम पाठ आ जाए। ये 44वें सदर है बारक ओबामा। जी गौरी साहब, माय फेवरेट। ये आपके फेवरेट क्या, आपके रिलेटिव। ये बारक ओबामा जो है, ये एक आइसक्रीम की दुकान में स्कूप भर के दिया करते थे लोग। अब देखें जरा, उसके बाद वो ऐसे सदर हुए हैं कि खुद वो आइसक्रीम की तरह प्यारे लगने शुरू हो गए। नाज़रीन, ये था आज का हस्बे हाल। और छोटी सी बात ये कि उनके होने से बख्त होते हैं, बाप घर में दरख्त होते हैं। हाँ, मेरा ख्याल है पा जुनैद अपने कानों पे पत्ते अगवाना चाहते। खुश रहें, खुश रखें। आपसे मुलाकात होगी इंशाल्लाह कल। अल्लाह हाफ़िज़।